ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਹਰਮੰਦਰ ਕੰਪਲੈਕਸ ਵਿੱਚ ਇਤਿਹਾਸਕ ਅਤੇ ਰੋਚਕ ਅਸਥਾਨਾਂ ਬਾਰੇ। ਵਾਹਿਗੁਰੂ ਦੇ ਘਰ ਹਰਮੰਦਰ ਦੇ ਵਿਹੜੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਹੀ ਦੁਰਲਭ ਫੁੱਲ ਖਿੜੇ ਹੋਏ ਹਨ, ਜਿਨ੍ਹਾਂ ਕਰਕੇ ਇਹ ਮਹਿਲ ਹੋਰ ਵੱਧ ਸੁਸੱਜਤ ਤੇ ਸ਼ੋਭਨੀਕ ਹੋ ਗਿਆ ਹੈ। ਹਰਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਦੀ ਪਵਿੱਤਰ ਇਮਾਰਤ ਹੈ, ਜਿਸ ਦਾ ਨਿਰਮਾਣ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ। ਜੇ ਹਰਮੰਦਰ ਭਗਤੀ ਦਾ ਮਰਕਜ਼ ਕੇਂਦਰ ਹੈ ਤਾਂ ਅਕਾਲ ਤਖਤ ਸ਼ਕਤੀ ਦਾ ਕੇਂਦਰ ਹੈ। ਇਸ ਪਵਿੱਤਰ ਸਥਾਨ ਨੇ ਵੀ ਬੜੇ ਤੱਤੇ ਠੰਡੇ ਦਿਨ ਆਪਣੇ ਪਿੰਡੇ ਤੇ ਹੰਢਾਏ ਹਨ। 1984 ਦੇ ਨੀਲਾ ਤਾਰਾ ਆਪਰੇਸ਼ਨ ਸਮੇਂ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਅਕਾਲ ਪੁਰਖ ਦੇ ਇਸ ਮਹਾਨ ਤਖਤ ਨੂੰ ਬਰਬਾਦ ਕਰਨ ਦੇ ਯਤਨ ਕੀਤੇ ਗਏ। ਫੌਰਨ ਹੀ ਇਸ ਮੰਦਭਾਗੇ ਕਾਰਨਾਮੇ ਮਗਰੋਂ ਨਿਹੰਗ ਸੰਤਾ ਸਿੰਘ ਦੀ ਅਖੌਤੀ ਕਾਰ ਸੇਵਾ ਰਾਹੀਂ ਸਰਕਾਰ ਨੇ 1 ਮਹੀਨੇ ਦੇ ਅੰਦਰ ਅੰਦਰ ਹੀ ਇਸ ਨੂੰ ਪੁਨਰ ਸੁਰਜੀਤ ਕੀਤਾ ਅਤੇ ਇਸ ਦੀ ਰੋਜ਼ਮਰਰਾ ਦੀ ਮਰਿਆਦਾ ਪ੍ਰਾਰੰਭ ਕਰ ਦਿੱਤੀ। ਪਰ ਸਿੱਖ ਸੰਗਤਾਂ ਨੇ ਇਸ ਸਰਕਾਰੀ ਉਦਮਾਂ ਨਾਲ ਬਣੇ ਅਕਾਲ ਤਖਤ ਸਾਹਿਬ ਨੂੰ ਅਪ੍ਰਵਾਨ ਕਰ ਦਿੱਤਾ ਅਤੇ ਇਸ ਨੂੰ ਪੂਰਨ ਰੂਪ ਵਿੱਚ ਢਾਹ ਕੇ ਦੁਬਾਰਾ ਬਣਾਉਣ ਦੀ ਸੇਵਾ ਪ੍ਰਾਰੰਭ ਕੀਤੀ ਗਈ, ਜੋ 13 ਅਪ੍ਰੈਲ 1997 ਨੂੰ ਸੰਪੰਨ ਹੋਈ। ਅੰਦਰ ਦੀ ਸਜਾਵਟ ਦੀ ਸੇਵਾ ਹਾਲੇ ਵੀ ਚੱਲ ਰਹੀ ਹੈ। ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਬਿਲਕੁਲ ਨਾਲ ਹੀ ਥੜਾ ਸਾਹਿਬ ਦਾ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਆ ਕੇ ਸੁਸ਼ੋਭਿਤ ਹੋਏ, ਜਿਸ ਸਮੇਂ ਉਹ ਗੁਰਗੱਦੀ 'ਤੇ ਬਿਰਾਜਮਾਨਣ ਮਗਰੋਂ ਬਾਬਾ ਬਕਾਲਾ ਤੋਂ ਚੱਲ ਕੇ ਦਰਬਾਰ ਸਾਹਿਬ ਪਧਾਰੇ ਸਨ। ਪਰ ਉਸ ਸਮੇਂ ਦੇ ਪ੍ਰਬੰਧਕਾਂ ਨੇ ਆਪਣੇ ਸਵਾਰਥੀ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਹੋਇਆ ਦਰਬਾਰ ਸਾਹਿਬ ਦੇ ਦੁਆਰ ਬੰਦ ਕਰ ਦਿੱਤੇ ਸਨ, ਤਾਂ ਕਿ ਗੁਰੂ ਸਾਹਿਬ ਅੰਦਰ ਪ੍ਰਵੇਸ਼ ਕਰਕੇ ਉੱਥੇ ਡੇਰਾ ਹੀ ਨਾ ਲਾ ਲੈਣ। ਮਨੁੱਖ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕਈ ਵਾਰੀ ਕਿਤਨੀ ਘਟੀਆ ਹੱਦ ਤੱਕ ਚਲਾ ਜਾਂਦਾ ਹੈ। ਇਹ ਥੜਾ ਸਾਹਿਬ ਪਹਿਲੇ ਅਕਾਲ ਤਖਤ ਸਾਹਿਬ ਦੀ ਇਮਾਰਤ ਤੋਂ ਬਾਰ-ਬਾਰ ਪੈਂਦਾ ਸੀ, ਪਰ ਨੀਲਾ ਤਾਰਾ ਆਪਰੇਸ਼ਨ ਮਗਰੋਂ ਚਲਾਈ ਗਲਿਆਰਾ ਯੋਜਨਾ ਸਦਕਾ ਇਹ ਦਰਬਾਰ ਸਾਹਿਬ ਪਰਿਸਰ ਵਿੱਚ ਹੀ ਆ ਗਿਆ ਅਤੇ ਇਸ ਦਾ ਇੱਕ ਦਿਨ ਇੱਕ ਅਨਿੱਖੜਵਾਂ ਭਾਗ ਬਣ ਗਿਆ ਹੈ। ਥੜਾ ਸਾਹਿਬ ਦੇ ਨਾਲ ਭੋਰਾ ਸਾਹਿਬ ਵੀ ਹੈ, ਇੱਥੇ ਹੀ ਬਲੂ ਸਟਾਰ ਸ਼ਹੀਦੀ ਸਮਾਰਕ ਵੀ ਤਿਆਰ ਕੀਤਾ ਗਿਆ, ਜੋ 27 ਅਪ੍ਰੈਲ 2013 ਨੂੰ ਕੌਮ ਨੂੰ ਸਮਰਪਿਤ ਕੀਤਾ ਗਿਆ। ਪਰਿਕਰਮਾ ਵਿੱਚ ਅਗਲਾ ਵੱਡਾ ਸਥਾਨ ਬੇਰ ਬਾਬਾ ਬੁੱਢਾ ਜੀ ਹੈ। ਇਸ ਪਵਿੱਤਰ ਬੇਰੀ ਥੱਲੇ ਬੈਠ ਕੇ ਬਾਬਾ ਬੁੱਢਾ ਜੀ ਦਰਬਾਰ ਸਾਹਿਬ ਦੀ ਸੇਵਾ ਕਰਵਾਉਂਦੇ ਅਤੇ ਫੁਰਸਤ ਦੇ ਪਲਾਂ ਵਿੱਚ ਗੁਰਬਾਣੀ ਗਾਇਨ ਕਰਿਆ ਕਰਦੇ। ਥੋੜ੍ਹਾ ਜਿਹਾ ਅੱਗੇ ਜਾ ਕੇ ਸਰੋਵਰ ਸਾਹਿਬ ਦੇ ਕੰਢੇ 'ਤੇ ਹੀ ਅਗਲੀ ਬਾਹੀ ਤੇ ਦੁੱਖ ਭੰਜਨੀ ਬੇਰੀ ਸੁਭਾਈਮਾਨ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਬੇਰੀ ਉਸ ਛੱਪੜ ਦੇ ਕੰਢੇ 'ਤੇ ਹੈ ਜਿੱਥੋਂ ਕਾਲਾ ਕਾਂ ਨਹਾ ਕੇ ਚਿੱਟਾ ਹੋ ਗਿਆ ਅਤੇ ਰਜਨੀ ਦਾ ਪਿੰਗਲਾ ਘਰ ਵਾਲਾ ਇਸ਼ਨਾਨ ਕਰਕੇ ਬਿਲਕੁਲ ਸਵੱਛ ਤੇ 9/9 ਹੋ ਗਿਆ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਵੀ ਇਸ ਬੇਰੀ ਹੇਠਾਂ ਵਿਸ਼ਰਾਮ ਕਰਕੇ ਸੰਗਤਾਂ ਨੂੰ ਅਧਿਆਤਮਕ ਉਪਦੇਸ਼ ਦਿੰਦੇ ਸਨ। ਦੁੱਖ ਭੰਜਨੀ ਬੇਰੀ ਤੋਂ ਥੋੜ੍ਹਾ ਜਿਹਾ ਅੱਗੇ ਚੱਲਣ 'ਤੇ 68 ਤੀਰਥ ਅਸਥਾਨ ਦਾ ਉੱਚਾ ਥੜਾ ਆਉਂਦਾ ਹੈ, ਜਿੱਥੇ ਗੁਰੂ ਸਾਹਿਬ ਤੇ ਸੰਤ ਆਤਮਾਵਾਂ ਪ੍ਰਭੂ ਉਸਤਤ ਵਿੱਚ ਵਿਖਿਆਨ ਕਰਦੀਆਂ ਤੇ ਸੰਗਤਾਂ ਨੂੰ ਨਿਹਾਲ ਕਰਦੀਆਂ ਸਨ। ਅੱਜ ਇਸ ਸਥਾਨ 'ਤੇ ਹਰ ਪ੍ਰਕਾਰ ਦੇ ਪੰਛੀ ਬਿਨਾਂ ਰੋਕ-ਟੋਕ ਬੈਠਦੇ ਹਨ ਅਤੇ ਅਧਿਆਤਮਕ ਖੇੜੇ ਨਾਲ ਚਾਰਜ ਹੋਏ ਵਾਤਾਵਰਣ ਵਿੱਚ ਬੜੇ ਆਜ਼ਾਦਾਨਾ ਰੂਪ ਵਿੱਚ ਬੇਫਿਕਰ ਹੋ ਕੇ ਵਿਚਰਦੇ ਹਨ। ਮਨੁੱਖਾਂ ਤੇ ਪੰਛੀਆਂ ਦਾ ਡਾਢਾ ਸੋਹਣਾ ਸੁਮੇਲ 68 ਤੀਰਥ 'ਤੇ ਦੇਖਣ ਨੂੰ ਮਿਲਦਾ ਹੈ। ਪਰਿਕਰਮਾ ਦੀ ਅਗਲੀ ਬਾਹੀ ਦੇ ਸ਼ੁਰੂ ਹੁੰਦਿਆਂ ਸਾਰੀ ਉਸ ਲਾਸਾਨੀ ਅਸਥਾਨ ਦੇ ਦਰਸ਼ਨ ਹੁੰਦੇ ਹਨ, ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਥਾਂ 'ਤੇ ਬਾਬਾ ਜੀ ਦਾ ਸੀਸ, ਜੋ ਉਹਨਾਂ ਆਪਣੇ ਪ੍ਰਾਣ ਤਿਆਗਣ ਸਮੇਂ ਜ਼ੋਰ ਨਾਲ ਦਰਬਾਰ ਸਾਹਿਬ ਵੱਲ ਸੁੱਟਿਆ ਸੀ, ਡਿੱਗਾ ਸੀ। ਹਰ ਯਾਤਰੀ ਇੱਥੋਂ ਲੰਘਣ ਲੱਗਿਆ ਇਸ ਅਦੁੱਤੀ ਸ਼ਹੀਦ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਹੀ ਅੱਗੇ ਲੰਘਦੇ ਹਨ। ਇਸੇ ਸਥਾਨ 'ਤੇ 1984 ਵਿੱਚ ਫੌਜੀ ਟੈਂਕ ਅੱਗੇ ਜਾਣੋਂ ਰੁਕ ਗਏ ਸਨ ਤੇ ਵਧੇਰੇ ਜ਼ੋਰ ਲਾਉਣ 'ਤੇ ਉਹ ਜ਼ਮੀਨ ਵਿੱਚ ਹੀ ਧੱਸ ਗਏ ਸਨ। ਸ਼ਰਧਾ ਰੱਖਣ ਵਾਲੇ ਹਲਕਿਆਂ ਵਿੱਚ ਇਸ ਘਟਨਾ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਇੱਕ ਕਰਾਮਾਤ ਨਾਲੋਂ ਕਿਸੇ ਵੀ ਹਾਲਤ ਵਿੱਚ ਘੱਟ ਨਹੀਂ ਸਮਝਿਆ ਜਾਂਦਾ। ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਥੋੜ੍ਹਾ ਹੋਰ ਅੱਗੇ ਜਾ ਕੇ ਜੋ ਪ੍ਰਵੇਸ਼ ਦੁਆਰ ਆਉਂਦੀ ਹੈ, ਉਸ ਦੀ ਉਤਲੀ ਮੰਜ਼ਿਲ 'ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ, ਜਿਸ ਵਿੱਚ ਹੁਣ 100 ਤੋਂ ਵੱਧ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਬੀੜਾਂ ਹਨ। ਤਕਰੀਬਨ 800 ਹੱਥ ਲਿਖਤ ਨੁਸਖੇ ਹਨ, ਜੋ ਸਿੱਖ ਧਰਮ ਅਤੇ ਇਤਿਹਾਸ ਨਾਲ ਸੰਬੰਧਿਤ ਹਨ। ਕੌਮ ਦੀ ਇਸ ਇੱਕੋ ਇੱਕ ਰੈਫਰੈਂਸ ਲਾਇਬ੍ਰੇਰੀ ਦਾ ਵੀ 1984 ਦੇ ਸਾਕੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਅਤੇ ਕਈ ਦੁਰਲਭ ਨੁਸਖੇ ਸੜ ਗਏ ਅਤੇ ਜ਼ਾਇਆ ਹੋ ਗਏ ਜਾਂ ਫਿਰ ਖੁਰਦ-ਬੁਰਦ ਕਰ ਦਿੱਤੇ ਗਏ। ਪਿੱਛੇ ਜਿਹੇ ਭਾਰਤ ਦੇ ਰੱਖਿਆ ਮੰਤਰੀ ਦੇ ਹਵਾਲੇ ਵਿੱਚ ਇਹ ਪਤਾ ਲੱਗਾ ਸੀ ਕਿ ਲਾਇਬ੍ਰੇਰੀ ਦੀਆਂ ਬਹੁਤ ਸਾਰੀਆਂ ਦੁਰਲਭ ਪੁਸਤਕਾਂ ਤੇ ਹੱਥ ਲਿਖਤਾਂ ਸਰਕਾਰ ਪਾਸ ਪਈਆਂ ਹਨ, ਜਿਨ੍ਹਾਂ ਨੂੰ 1984 ਦੇ ਨੀਲਾ ਤਾਰਾ ਆਪਰੇਸ਼ਨ ਦੌਰਾਨ ਫੌਜ ਕੱਢ ਕੇ ਲੈ ਗਈ ਸੀ। ਇਹਨਾਂ ਨੂੰ ਵਾਪਸ ਪ੍ਰਾਪਤ ਕਰਨ ਦੇ ਠੋਸ ਪ੍ਰਯਤਨ ਕਰਨੇ ਬਹੁਤ ਜ਼ਰੂਰੀ ਹਨ, ਕਿਉਂਕਿ ਹੱਥ ਲਿਖਤ ਸਾਹਿਤ ਕਿਸੇ ਕੌਮ ਅਤੇ ਸਮਾਜ ਦਾ ਦੁਰਲਭ ਤੇ ਵਡਮੁੱਲਾ ਖਜ਼ਾਨਾ ਹੁੰਦਾ ਹੈ। ਇਸੇ ਬਾਹੀ ਤੇ ਦਰਸ਼ਨੀ ਡਿਓਢੀ ਦੇ ਕੋਲ ਇਲਾਚੀ ਬੇਰ ਦਾ ਪਵਿੱਤਰ ਸਥਾਨ ਹੈ, ਜਿੱਥੇ ਬੈਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰਮੰਦਰ ਸਾਹਿਬ ਦੀ ਸੇਵਾ ਕਰਵਾਉਂਦੇ ਰਹੇ ਸਨ ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੁੰਦੇ ਸਨ। ਇਹੀ ਉਹ ਇਤਿਹਾਸਕ ਗੌਰਵ ਵਾਲਾ ਸਥਾਨ ਹੈ, ਜਿੱਥੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਆਪਣੇ ਘੋੜੇ ਬੰਨੇ ਸਨ ਤੇ ਦਰਬਾਰ ਸਾਹਿਬ ਵਿੱਚ ਜਾ ਕੇ ਕੰਜਰੀਆਂ ਨਚਾ ਰਹੇ ਮੱਸਾ ਰੰਗੜ ਦਾ ਸਿਰ ਵੱਢਿਆ ਸੀ। ਇਹ ਸਥਾਨ ਆਪਣੇ ਇਸ ਇਤਿਹਾਸ ਕਾਰਨ ਵੀ ਸਿੱਖ ਕੌਮ ਲਈ ਗੌਰਵ ਭਰਿਆ ਮਾਣਜਨਕ ਸਥਾਨ ਹੈ, ਜਿਸ ਨਾਲ ਧਾਰਮਿਕਤਾ ਤੇ ਸੂਰਬੀਰਤਾ ਦੋਵੇਂ ਜੁੜੀਆਂ ਹੋਈਆਂ ਹਨ।
ਐਵੇਂ ਸਮਝ ਲਵੋ ਕਿ ਇਹ ਸਥਾਨ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀਆਂ ਖੂਬੀਆਂ ਦੀ ਤਰਜਮਾਨੀ ਕਰਦਾ ਹੈ ਤੇ ਕਰਦਾ ਹੀ ਰਹੇਗਾ। ਲਾਚੀ ਬੇਰ ਦਾ ਸਥਾਨ ਦਰਸ਼ਨ ਡਿਓਢੀ ਦੇ ਬਿਲਕੁਲ ਨਾਲ ਸਥਿਤ ਹੈ ਤੇ ਇਸ ਡਿਓਢੀ ਦੇ ਉੱਪਰਲੀ ਮੰਜ਼ਲ ਤੇ ਤੋਸ਼ਾਖਾਨਾ ਹੈ, ਜਿਸ ਵਿੱਚ ਦੁਰਲੱਭ ਹੀਰੇ ਮੋਤੀ, ਸੋਨੇ ਦੇ ਕਵਾੜ, ਸੋਨੇ ਦੀਆਂ ਕਹੀਆਂ, ਚਾਂਦੀ ਦੇ ਬਾਟੇ ਅਤੇ ਹੋਰ ਕੀਮਤੀ ਸਮਾਨ ਪਿਆ ਹੈ, ਜਿਸ ਦੇ ਸਾਲ ਵਿੱਚ 5 ਤਿਉਹਾਰਾਂ ਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਦਰਸ਼ਨ ਡਿਓਢੀ ਦਾ ਜ਼ਿਕਰ ਆਉਣ ਤੇ ਲਿਖਿਆ ਜਾਂਦਾ ਹੈ ਕਿ ਇਸ ਦੇ ਮੌਜੂਦਾ ਕਵਾੜ ਬਹੁਤ ਬਿਰਧ ਹੋ ਜਾਣ ਕਾਰਨ ਨਵੇਂ ਕਵਾੜਾਂ ਦੀ ਤਿਆਰੀ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਨਵੇਂ ਕਵਾੜ ਨਿਕਟ ਭਵਿੱਖ ਵਿੱਚ ਵੀ ਪੁਰਾਣੇ ਦਰਵਾਜ਼ਿਆਂ ਦੀ ਥਾਂ ਲੈ ਲੈਣਗੇ। ਇਹਨਾਂ ਦੀ ਤਿਆਰੀ ਕਾਲੀ ਟਾਹਲੀ ਦੀ 25 ਸਾਲ ਪੁਰਾਣੀ ਸੀਜ਼ਨਡ ਕੀਤੀ ਗਈ ਲੱਕੜੀ ਦੀ 9 ਸ਼ਤੀਰੀਆਂ ਦੀ ਵਰਤੋਂ ਕੀਤੀ ਗਈ ਹੈ। ਇਹ ਦਰਵਾਜ਼ੇ 10 ਫੁੱਟ ਉੱਚੇ ਅਤੇ 4.5 ਫੁੱਟ ਚੌੜੇ ਹਨ। ਇਹਨਾਂ ਦੇ ਹੇਠਲੇ ਹਿੱਸੇ ਤੇ ਭਾਰੀ ਲੈਮੀਨੇਸ਼ਨ ਕੀਤੀ ਗਈ ਹੈ ਤਾਂ ਕਿ ਹਰ ਰੋਜ਼ ਪਰਿਸਰ ਦੀ 2 ਵਾਰ ਇਸ਼ਨਾਨ ਕਰਵਾਉਣ ਦੀ ਮਰਿਆਦਾ ਕਾਰਨ ਇਹ ਲੰਮੇ ਸਮੇਂ ਤੱਕ ਖਰਾਬ ਨਾ ਹੋ ਸਕਣ। ਇਹਨਾਂ ਦਰਵਾਜ਼ਿਆਂ ਦੀ ਤਿਆਰੀ ਤੇ ਸ਼ੁੱਧ ਪਿੱਤਲ ਦੇ ਸੈਂਕੜੇ ਕਿੱਲ ਲੱਗਣਗੇ ਤੇ ਕੁੰਡੇ ਕਬਜੇ ਬੜੇ ਵਧੀਆ ਸਟੀਲ ਦੇ ਹੋਣਗੇ। ਇਹਨਾਂ ਦਰਵਾਜ਼ਿਆਂ ਦੀ ਦਿੱਖ ਪੁਰਾਤਨ ਹੀ ਰੱਖੀ ਗਈ ਹੈ, ਜਿਸ ਕਾਰਨ 1 ਕੁਇੰਟਲ ਚਾਂਦੀ ਅਤੇ 1.25 ਕੁਇੰਟਲ ਹਾਥੀ ਦੰਦ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਕਾਰ ਸੇਵਾ 4 ਜੁਲਾਈ 2010 ਨੂੰ ਗੁਰਮਰਿਆਦਾ ਅਨੁਸਾਰ ਪ੍ਰਾਰੰਭ ਹੋਈ ਸੀ, ਜਿਸ ਵਿੱਚ ਸਹਾਰਨਪੁਰ ਅਤੇ ਆਗਰਾ ਤੋਂ ਲਿਆਂਦੇ ਗਏ ਉੱਤਮ ਮੁਸਲਮਾਨ ਕਾਰੀਗਰ ਇਸ ਸੇਵਾ ਨੂੰ ਬੜੀ ਬਾਰੀਕੀ ਭਰੀ ਹੁਨਰਮੰਦੀ ਅਤੇ ਸ਼ਰਧਾ ਭਾਵਨਾ ਨਾਲ ਨੇਪਰੇ ਚਾੜ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।